My dear students, best wishes. In this lecture, we shall discuss change of voice of past tenses, past indefinite, past continuous, past perfect, and future indefinite and future perfect. So we shall discuss the passive voice of these 5 tenses. ਸਭ ਤੋਂ ਪਹਿਲਾਂ ਆਪਾਂ ਪਾਸਟ ਇੰਡੈਫੀਨਿਟ ਟੈਂਸ ਕਰਦੇ ਹਾਂ। ਇਹਦੇ ਵਿੱਚ ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਐਕਟਿਵ ਵੌਇਸ ਦੇ ਵਿੱਚ ਵਰਬ ਦੀ ਸੈਕੰਡ ਫਾਰਮ ਲੱਗੀ ਹੁੰਦੀ ਆ, ਜਾਂ ਅਗਰ ਨੈਗੇਟਿਵ ਜਾਂ ਇੰਟੈਰੋਗੇਟਿਵ ਸੈਂਟੈਂਸ ਹੈ ਤਾਂ ਉਹਦੇ ਵਿੱਚ ਅਸੀਂ ਡਿਡ ਲਾਉਂਦੇ ਹਾਂ ਔਰ ਡਿਡ ਨਾਲ ਵਰਬ ਦੀ ਫਸਟ ਫਾਰਮ ਲਾਉਂਦੇ ਹਾਂ। ਪੈਸਿਵ ਵੌਇਸ ਦੇ ਵਿੱਚ ਅਸੀਂ ਸਬਜੈਕਟ ਦੇਖ ਕੇ ਉਹਦੇ ਮੁਤਾਬਿਕ ਵਾਜ਼ ਜਾਂ ਵਰ ਲਗਾਵਾਂਗੇ ਔਰ ਵਰਬ ਦੀ ਥਰਡ ਫਾਰਮ ਜਿਹੜੀ ਹੈ ਉਹ ਕਰਾਂਗੇ। ਤੋ ਸਬਜੈਕਟ ਨੂੰ ਓਬਜੈਕਟ ਬਣਾਉਣਾ, ਓਬਜੈਕਟ ਨੂੰ ਸਬਜੈਕਟ ਬਣਾਉਣਾ, ਔਰ ਜੋ ਅਸੀਂ ਸਬਜੈਕਟ ਨੂੰ ਓਬਜੈਕਟ ਬਣਾਇਆ ਉਹਦੇ ਅੱਗੇ ਬਾਏ ਜਾਂ ਕੁਛ ਵੀ ਲਾਉਣਾ, ਉਹ ਸਾਡੀ ਰੂਟੀਨ ਵਾਲੀ ਗੱਲ ਹਮੇਸ਼ਾ ਚੱਲਦੀ ਰਹਿਣੀ ਹੈ। ਤੋ ਇਹਦੇ ਆਪਾਂ ਕੁਝ ਸੈਂਟੈਂਸਿਸ ਦੇਖਦੇ ਹਾਂ। ਹੀ ਰੈਡ ਏ ਨੋਵਲ। ਹੁਣ ਇਹ ਪਾਸਟ ਇੰਡੈਫੀਨਿਟ ਟੈਂਸ ਆ। ਹੀ ਰੈਡ ਏ ਨੋਵਲ। ਇਹ ਕਿਵੇਂ ਪਤਾ ਲੱਗਿਆ? ਕਿਉਂਕਿ ਰੀਡ, ਰੈਡ ਤਿੰਨਾਂ ਦੀਆਂ ਇਹੋ ਫਾਰਮਸ ਹੁੰਦੀਆਂ ਨੇਗੀਆਂ ਕਿ ਇਹ ਸੈਕੰਡ ਫਾਰਮ ਹੀ ਹੈ। ਇਹ ਸਾਨੂੰ ਇਸ ਗੱਲ ਤੋਂ ਪਤਾ ਲੱਗਿਆ ਕਿ ਅਗਰ ਇਹ ਫਸਟ ਫਾਰਮ ਹੁੰਦੀ ਤਾਂ ਹੀ ਨਾਲ ਰੀਡਸ ਲਿਖਿਆ ਹੁੰਦਾ। ਹੀ ਰੈਡ ਏ ਨੋਵਲ ਤਾਂ ਇਹਦੀ ਪੈਸਿਵ ਹੋਏਗੀ ਏ ਨੋਵਲ ਵਾਜ਼ ਰੈਡ। ਸਪੈਲਿੰਗ ਉਹੀ ਨੇ, READ। ਏ ਨੋਵਲ ਵਾਜ਼ ਰੈਡ ਬਾਏ ਹਿਮ। ਡਿਡ ਯੂ ਰਾਈਟ ਦਿਸ ਲੈਟਰ? ਇੰਟੈਰੋਗੇਟਿਵ ਹੈ। Was this letter written by you? Was this letter written by you? How did you solve this question? Interrogative है। How the how ही रहना है। How was the question? How was the question solved by you? A rainstorm flooded the village. The village was flooded by a rainstorm. She did not send me a book of stories. ਹੁਣ ਇਹਦੇ ਵਿੱਚ ਡਬਲ ਓਬਜੈਕਟ ਹੈ। ਪਹਿਲਾ ਓਬਜੈਕਟ ਜਿਹੜਾ ਹੈ ਉਹ ਮੀ ਹੈ, ਡਾਇਰੈਕਟ ਓਬਜੈਕਟ ਹੈ, ਔਰ ਅ ਬੁੱਕ ਆਫ ਸਟੋਰੀਜ਼ ਇਨਡਾਇਰੈਕਟ ਓਬਜੈਕਟ ਹੈ। ਅਸੀਂ ਕੁਝ ਵੀ ਦੋਨਾਂ ਚੋਂ ਲਿਆ ਸਕਦੇ ਹਾਂ, ਲੇਕਿਨ ਬੈਟਰ ਇਹ ਹੁੰਦਾ ਕਿ ਅਸੀਂ ਪਹਿਲਾਂ ਹੀ ਲੈ ਆਈਏ। ਕਿਸ ਤਰ੍ਹਾਂ? ਤੋ ਆਈ ਵਾਜ਼ ਨਾਟ ਸੈਂਟ ਅ ਬੁੱਕ ਆਫ ਸਟੋਰੀਜ਼ ਬਾਏ ਹਰ। ਇੱਕ ਢੰਗ ਇਹ ਹੋ ਗਿਆ, ਲੇਕਿਨ ਦੂਸਰਾ ਢੰਗ ਇੱਦਾਂ ਵੀ ਹੋ ਸਕਦਾ ਹੈ ਕਿ ਇਹ ਬੁੱਕ ਆਫ ਸਟੋਰੀਜ਼ ਵਾਜ਼ ਨਾਟ ਸੈਂਟ, ਫਿਰ ਅੱਗੇ ਮੀ ਦੇ ਕੇ ਸਾਨੂੰ ਟੂ ਲਾਉਣਾ ਪਏਗਾ। ਵਾਜ਼ ਨਾਟ ਸੈਂਟ ਟੂ ਮੀ ਬਾਏ ਹਰ। Our next tense is past continuous tense. Past continuous tense ਦੇ ਵਿੱਚ was ਜਾਂ were ਔਰ verb ਦੀ ਫਸਟ ਫਾਰਮ ਨਾਲ ING ਲੱਗਿਆ ਹੁੰਦਾ ਹੈ। ਤੇ ਜਦ ਅਸੀਂ ਇਹਦੀ ਪੈਸਿਵ ਕਰਾਂਗੇ, ਅਸੀਂ was were ਉਸੇ ਤਰ੍ਹਾਂ ਸਬਜੈਕਟ ਦੇ ਮੁਤਾਬਕ ਲਾ ਦੇਂਗੇ ਔਰ being ਲਾਵਾਂਗੇ, ਔਰ being ਦੇ ਨਾਲ ਥਰਡ ਫਾਰਮ ਆਫ verb ਹਮੇਸ਼ਾ ਹੀ ਲੱਗਣੀ ਹੈਗੀ ਹੈ। ਇਹਦੇ ਵਿੱਚ ਕੋਈ ਮਤਲਬ ਆਪਾਂ ਚੇਂਜ ਨਹੀਂ ਕਰਨੀ। ਹੀ ਵਾਜ਼ ਹੈਲਪਿੰਗ ਦ ਪੂਅਰ। ਦ ਪੂਅਰ ਵਰ ਬੀਂਗ ਹੈਲਪਡ। ਦ ਪੂਅਰ ਵਾਰਸ ਬੀਂਗ ਹੈਲਪ। ਦ ਪੂਅਰ ਪਲੂਰਲ ਹੈ ਇੱਥੇ, ਜਿਹੜੀ ਅਸੀਂ ਐਡਜੈਕਟਿਵ ਦੇ ਅੱਗੇ ਦ ਲਾ ਕੇ ਉਹਦਾ ਨਾਊਨ ਬਣਾਇਆ, ਪਲੂਰਲ ਬਣਿਆ। ਦ ਪੂਅਰ ਵਰ ਬੀਂਗ ਹੈਲਪਡ ਬਾਏ ਹਿਮ। Who was reading the paper? By whom was the paper being read? ਉਸ ਤਰ੍ਹਾਂ ਆਪਾਂ ਸਾਈਨ ਆਫ ਇੰਟੈਰੋਗੇਸ਼ਨ ਜੋ ਹੈ, ਕੁਐਸਚਨ ਮਾਰਕ ਹੈ, ਉਹ ਲਾਵਾਂਗੇ। By whom was the paper being read? I was not laughing at anybody. ਹੁਣ ਅਸੀਂ ਅੱਗੇ ਐਨੀ ਬੋਡੀ ਨਹੀਂ ਲੈ ਕੇ ਆਵਾਂਗੇ, ਨੋ ਬੋਡੀ ਲੈ ਆਵਾਂਗੇ ਔਰ ਜਿਹੜਾ ਪਹਿਲਾਂ ਨੋਟ ਲਾਇਆ ਉਹਨੂੰ ਉੱਥੋਂ ਕੱਟ ਦਿਆਂਗੇ। ਨੋ ਬੋਡੀ ਵਾਜ਼ ਬੀਂਗ
laughed at, ਉਸੇ ਤਰ੍ਹਾਂ preposition ਲੱਗੀ ਰਹਿਣੀ ਆ। Nobody was being laughed at by me. Why was he calling you? Why were you being called by him? You were not doing anything. ਇਹਦਾ ਵੀ ਉਸੇ ਤਰ੍ਹਾਂ ਹੀ ਅੱਗੇ ਅਸੀਂ ਲਿਆਵਾਂਗੇ nothing, ਜਾਨੀ not ਔਰ anything ਨੂੰ ਜੋੜ ਕੇ ਇੱਕ ਵਰਡ ਬਣ ਗਿਆ nothing. Nothing was being done by you. Nothing was being done by you. Now past perfect. Past perfect ਦੇ ਵਿੱਚ had ਔਰ verb ਦੀ ਥਰਡ ਫਾਰਮ ਲੱਗੀ ਹੁੰਦੀ ਹੈ ਪਹਿਲਾਂ ਐਕਟਿਵ ਵੌਇਸ ਦੇ ਵਿੱਚ। ਤੋਂ ਪੈਸਿਵ ਦੇ ਵਿੱਚ ਅਸੀਂ ਬੀਨ ਲਾ ਕੇ ਉਸੇ ਤਰ੍ਹਾਂ ਥਰਡ ਫਾਰਮ ਜਿਹੜੀ ਹੈਗੀ ਆ ਉਹ ਲਾ ਦੇਣੀ ਹੁੰਦੀ ਆ। sentences ਨੇ the people had caught the thief. The people had caught the thief. The thief had been caught by the people. The thief had been caught by the people. Our school team had not played the game well. Our school team had not played the game well. The game had not been played well by our school team. Had you taken all the precautions? Precautions ਹੁੰਦੀਆਂ ਨੇ ਸਾਵਧਾਨੀਆਂ। Had all the precautions been taken by you? Had all the precautions been taken by you? Who had hurt, H-U-R-T, who had hurt your interest? By whom had your interest been hurt? ਇਹਦੇ ਤਿੰਨੋਂ ਫਾਰਮਸ ਉਹੀ ਰਹਿੰਦੇ ਨੇ ਹਰਟ ਹਰਟ ਹਰਟ। ਇਹਦਾ ਭਾਵ ਹੈ ਨੁਕਸਾਨ ਪਹੁੰਚਾਉਣਾ, ਇਹਦਾ ਭਾਵ ਕੋਈ ਸੱਟ ਮਾਰਨਾ ਵੀ ਹੁੰਦਾ ਹੈ। ਤਾਂ ਇੰਟਰਸਟ ਦਾ ਭਾਵ ਇੱਥੇ ਹੈ ਹਿੱਤ, ਕਿ ਹੂ ਹੈਡ ਹਰਟ ਯੂਰ ਇੰਟਰਸਟ, ਤੁਹਾਡੇ ਹਿੱਤ ਨੂੰ ਕਿਸ ਨੇ ਨੁਕਸਾਨ ਪਹੁੰਚਾਇਆ ਹੈ। ਤਾਂ ਅਸੀਂ ਇਹਦੀ ਕਰਾਂਗੇ ਬਾਈ ਹੂਮ ਹੈਡ ਯੂਰ ਇੰਟਰਸਟ ਬੀਨ ਹਰਟ। We had already received your letter. Your letter had already been received by us. Your letter had already been received by us. Now we shall do future indefinite tense. Future indefinite tense ਦੇ ਵਿੱਚ active voice ਦੇ ਵਿੱਚ shall will ਔਰ verb ਦੀ first form ਲੱਗੀ ਹੁੰਦੀ। I will ਨਾਲ shall, ਬਾਕੀ ਸਭ ਨਾਲ will। ਇਹ ਆਪਾਂ ਚੰਗੀ ਤਰ੍ਹਾਂ ਯਾਦ ਕਰ ਚੁੱਕੇ ਹਾਂ। ਪੈਸਿਵ ਵੌਇਸ ਦੇ ਵਿੱਚ ਸ਼ੈਲ ਬੀ ਜਾਂ ਵਿਲ ਬੀ ਔਰ ਥਰਡ ਫਾਰਮ ਆਫ ਵਰਬ ਜਿਹੜੀ ਹੈ ਉਹ ਸਾਡੀ ਹੋ ਜਾਣੀ ਹੁੰਦੀ ਹੈਗੀ ਆ। ਆਪਾਂ ਇਹਦੇ ਸੈਂਟੈਂਸਿਸ ਦੇਖਦੇ ਹਾਂ। ਵੀ ਸ਼ੈਲ ਆਫਰ ਹਿਮ ਅ ਚੇਅਰ, ਹੀ ਵਿਲ ਬੀ ਆਫਰਡ ਅ ਚੇਅਰ ਬਾਏ ਅਸ। ਮੰਨ ਲਓ ਕੁਝ ਇਹੋ ਜਿਹੇ ਹੁੰਦੇ ਨੇ ਅਗਰ ਉਹਨਾਂ 'ਚ ਓਬਜੈਕਟ ਅਸੀਂ ਨਹੀਂ ਵੀ ਲਾਉਂਦੇ ਬਾਅਦ ਦੇ ਵਿੱਚ ਤੇ ਉਹ ਉੱਦਾਂ ਵੀ ਠੀਕ ਹੁੰਦੇ ਨੇ, ਕਈਆਂ 'ਚ ਤਾਂ ਬਿਲਕੁਲ ਲਾਉਣਾ ਹੀ ਨਹੀਂ ਹੁੰਦਾ। ਤਾਂ ਇਹਦੇ ਵਿੱਚ ਹੁਣ ਦੋ ਸਾਡੇ ਓਬਜੈਕਟਸ ਨੇ। ਆ ਚੇਅਰ ਵੀ ਅੱਗੇ ਲਿਆ ਸਕਦੇ ਹਾਂ। ਆ ਚੇਅਰ ਵਿਲ ਬੀ ਆਫਰਡ ਟੂ ਹਿਮ ਬਾਏ ਅਸ, ਦੋਨਾਂ 'ਚ ਕੋਈ ਵੀ ਅਸੀਂ ਜਿਹੜਾ ਹੈ ਉਹ ਲਗਾ ਸਕਦੇ ਹਾਂਗੇ। ਆਵਰ ਨੈਕਸਟ ਸੈਂਟੈਂਸ ਇਜ਼ ਹਾਊ ਵਿਲ ਯੂ ਵਿਨ ਅ ਸਕੋਲਰਸ਼ਿਪ। ਹਾਊ ਵਿਲ ਅ ਸਕੋਲਰਸ਼ਿਪ ਬੀ won by you? We shall borrow money from a bank. Money will be borrowed by us from a bank, या money will be borrowed from a bank by us। मान लो किते नहीं भी लगता कोई ऐसी गल जिहड़ी है नहीं हुंदी। Who will arrange the tickets? By whom will the tickets be arranged? ਜਾਨੀ who ਦਾ ਅਸੀਂ ਪੈਸੇ ਵਿੱਚ by whom ਬਣਾ ਦੇਣਾ ਹੁੰਦਾ ਗਾ। How many guests will you invite? How many guests will be invited by you? How many guests will be invited by you? Now our next tense is future perfect tense। देखो future continuous tense ਦੀ ਤਾਂ ਪੈਸਿਵ ਨਹੀਂ ਬਣਨੀ, ਇਸ ਕਰਕੇ ਉਹਨੂੰ ਆਪਾਂ ਛੱਡਿਆ। ਹੁਣ ਫਿਊਚਰ ਪਰਫੈਕਟ ਹੈ। ਕੀ ਲੱਗਿਆ ਹੋਇਆ? ਸ਼ੈਲ ਹੈਵ, ਵਿਲ ਹੈਵ, ਥਰਡ ਫਾਰਮ ਲੱਗੀ ਹੋਈ ਹੈ। ਅਸੀਂ ਕੀ ਕਰਾਂਗੇ ਕਿ ਪੈਸਿਵ ਵੌਇਸ ਦੇ ਵਿੱਚ ਸ਼ੈਲ ਹੈਵ ਬਿਨ,
ਜਾਂ ਵਿਲ ਹੈਵ ਬਿਨ ਲਾ ਦੇਂਗੇ ਤੇ ਬਾਕੀ ਜਿਹੜੀਆਂ ਚੇਂਜਸ ਹੁੰਦੀਆਂ ਨੇਗੀਆਂ ਸੁਭਾਵਿਕ ਐਕਟਿਵ ਪੈਸਿਵ ਦੇ ਵਿੱਚ ਉਹ ਉਸੇ ਤਰ੍ਹਾਂ ਹੀ ਹੁੰਦੀਆਂ ਰਹਿਣਗੀਆਂ। ਇਹਦੇ ਹੁਣ ਤੁਸੀਂ ਸੈਂਟੈਂਸਸ ਦੇਖੋ, ਯੂ ਵਿਲ ਹੈਵ ਮਿਸਡ ਦਾ ਟ੍ਰੇਨ, the train will have been missed by you, the train will have been missed by you, he will not have made any statement, any statement ਨੂੰ ਅਸੀਂ ਅੱਗੇ ਬਣਾਵਾਂਗੇ no statement, no statement will have been made by him, will you have seen the picture, ਇਹ ਹੁਣ ਸਾਡਾ interrogative आ गया, will the picture have been seen by you, will the picture have been seen by you, I shall have written it, it will have been written by me, it will have been written by me, who will have questioned you, by whom will you have been questioned, by whom will you have been questioned, और ਪਿੱਛੇ ਅਸੀਂ ਉਸੇ ਤਰ੍ਹਾਂ ਕੁਐਸਚਨ ਮਾਰਕ ਜਿਹੜਾ ਹੈ ਲਾ ਦੇंगे। ਜਿਹੜੇ ਸਾਡੇ ਪਿਛਲੇ 3 ਟੈਂਸਸ ਨੇ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ, ਪਾਸਟ ਪਰਫੈਕਟ ਕੰਟੀਨਿਊਸ, ਫਿਊਚਰ ਪਰਫੈਕਟ ਕੰਟੀਨਿਊਸ, ਇਹਨਾਂ ਦੀ ਵੀ ਪੈਸਿਵ ਵੌਇਸ ਨਹੀਂ ਬਣਦੀ ਔਰ ਫਿਊਚਰ ਕੰਟੀਨਿਊਸ ਦੀ ਵੀ ਨਹੀਂ ਬਣਦੀ। तो 12 ਦੇ ਵਿੱਚੋਂ ਸਿਰਫ 8 ਟੈਂਸਸ ਨੇ ਜਿਨ੍ਹਾਂ ਦੀ ਪੈਸਿਵ ਵੌਇਸ ਬਣਦੀ ਹੈ ਜੋ ਆਪਾਂ ਕੀਤੀ ਹੈ। ਮੇਰੀਆਂ ਸਾਰੀਆਂ ਜਿਹੜੀਆਂ ਵੀਡੀਓਜ਼ ਨੇਗੀਆਂ ਇੰਗਲਿਸ਼ ਸਿੱਖਣ ਲਈ, ਸੌਖੇ ਢੰਗ ਨਾਲ ਇੰਗਲਿਸ਼ ਸਿੱਖਣ ਲਈ, ਉਹ ਦੇਖਣ ਲਈ ਸਿਰਜਣਾ TV ਸਬਸਕ੍ਰਾਈਬ ਕਰੋ, ਉਸ ਨੂੰ ਸ਼ੇਅਰ ਕਰੋ ਔਰ ਇਹ ਇਸੇ ਤਰ੍ਹਾਂ ਕੰਟੀਨਿਊ ਰਹੇਗੀ ਪ੍ਰੋਸੈਸ ਜੋ ਹੈ। ਥੈਂਕ ਯੂ ਵੈਰੀ ਮਚ। Stay happy, stay healthy. God bless you all.